ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸਾਹੂ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸਾਹੂ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੈ, ਪਿਛੈ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੈ ਮੀਠਾ ਲਾਇਆ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਆਪੇ ਹੀ ਭਉ ਪਾਇੰਦਾ ਪਿਆਰਾ, ਬਨ ਬੱਕਰੀ ਸੀਹੋ ਹੰਡਾਇਆ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨ ਸਕੈ ਜਲਾਇਆ। ਆਪੇ ਮਾਰ ਜੀਵਾਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ।
ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰੈ ਲਾਇਆ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਆਪ ਜੀ ਨੇ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਬਦ ਕੀਰਤਨ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ। ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 605 ਅਤੇ 6 ਤੇ ਸੁਭਾਈਮਾਨ ਹੈ। ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਬੈਠ ਕੇ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸ਼ਬਦ ਦੇ 4 ਪਦੇ ਹਨ। ਇੱਕ ਰਹਾਉ ਦਾ ਪਦਾ ਹੈ। ਰਹਾਉ ਦੇ ਪਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਦਿੱਤਾ ਹੋਇਆ ਹੈ, ਜਿਸ ਵਿੱਚ ਸਤਿਗੁਰੂ ਮਹਾਰਾਜ ਭਾਵੇਂ ਆਪਣੇ ਮਨ ਨੂੰ ਕਹਿ ਰਹੇ ਨੇ,
ਇੱਕ ਢੰਗ ਹੈ ਸਤਿਗੁਰਾਂ ਦਾ ਸਮਝਾਉਣ ਦਾ। ਜਿਵੇਂ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਰ-ਬਾਰ ਮਹਾਰਾਜ ਇਹ ਗੱਲ ਕਹਿੰਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ। ਇੱਥੇ ਵੀ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹੇ ਮੇਰੇ ਮਨ, ਹਰੀ ਦਾ ਨਾਮ ਧਿਆ ਕੇ, ਹਰੀ ਦਾ ਨਾਮ ਜਪ ਕੇ ਸੁਖ ਪਾਇਆ ਤੋਂ ਭਾਵ ਮੈਨੂੰ ਸੁਖ ਮਿਲਿਆ ਹੈ। ਸੁਖ ਦੇ ਖੱਖੇ ਨੂੰ ਔਂਕੜ ਲੱਗਾ ਹੋਇਆ ਹੈ, ਜਿਸ ਦਾ ਭਾਵ ਹੈ ਅੰਦਰ ਦਾ ਸੁਖ, ਆਤਮਕ ਸੁਖ, ਜਿਹਨੂੰ ਆਪਾਂ ਆਨੰਦ ਵੀ ਕਹਿੰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੇ ਮੇਰੇ ਮਨ, ਹਰੀ ਦਾ ਨਾਮ ਧਿਆ ਕੇ ਮੈਨੂੰ ਸੁਖ ਪ੍ਰਾਪਤ ਹੋਇਆ ਹੈ। ਕਿਹੜਾ? ਅੰਦਰ ਦਾ ਸੁਖ। ਬਾਹਰੀ ਤੌਰ ਤੇ ਬੰਦੇ ਸਾਨੂੰ ਬਹੁਤ ਸੁਖੀ ਨਜ਼ਰ ਆਉਣਗੇ, ਪਰ ਜਦੋਂ ਸਾਧ ਸੰਗਤ ਕਿਸੇ ਬੰਦੇ ਨਾਲ ਗੱਲ ਕਰਕੇ ਵੇਖੋ ਜਿਹੜਾ ਸਾਨੂੰ ਸੁਖੀ ਨਜ਼ਰ ਆ ਰਿਹਾ ਹੈ, ਉਹ ਜਦੋਂ ਆਪਣੀ ਵਿਥਿਆ ਸੁਣਾਏਗਾ, ਆਪਣੀ ਕਹਾਣੀ ਸੁਣਾਏਗਾ, ਆਪਣੇ ਬਾਰੇ ਦੱਸੇਗਾ, ਤੇ ਸਾਨੂੰ ਇਹ ਗੱਲ ਸਮਝ ਵਿੱਚ ਆਵੇਗੀ ਕਿ ਇਸ ਬੰਦੇ ਵਰਗਾ ਤਾਂ ਦੁਖੀ ਬੰਦਾ ਹੋ ਹੀ ਨਹੀਂ ਸਕਦਾ। ਬਾਬਾ ਨਾਨਕ ਜੀ ਜਿਨ੍ਹਾਂ ਦਾ ਆਗਮਨ ਪੁਰਬ ਆਪਾਂ ਕੱਲ ਮਨਾਉਣਾ ਹੈ, ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਸ਼ਹਿਰ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਹੀ ਪਹੁੰਚੇਗਾ। ਸਾਧ ਸੰਗਤ, ਭਾਈ ਮਰਦਾਨਾ ਜੀ ਨਾਲ ਨੇ ਕਿਸੇ ਅਮੀਰ ਸੇਠ ਦੀ ਦੁਕਾਨ ਦੇ ਸਾਹਮਣੇ ਨੇ ਮਹਾਰਾਜ, ਤੇ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਬੜੀ ਗਾਹਕੀ ਹੈ, ਬੜੀ ਵਟਕ ਹੈ, ਆਵਾਜਾਈ ਲੈਣ ਵਾਲਿਆਂ ਦੀ ਬਹੁਤ ਜ਼ਿਆਦਾ ਹੈ। ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ, ਭਾਈ ਮਰਦਾਨਾ ਜੀ, ਇਹ ਬੰਦਾ ਬੜਾ ਸੁਖੀ ਹੋਵੇਗਾ, ਇਸ ਵਰਗਾ ਸੁਖੀ ਹੋਰ ਕੋਈ ਹੋ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ, ਚੱਲ ਮਰਦਾਨਿਆਂ ਮੇਰੇ ਨਾਲ। ਚਲੇ ਗਏ। ਸੇਠ ਨੂੰ ਪੁੱਛਿਆ, ਕਹਿਣ ਲੱਗਾ, ਮਹਾਰਾਜ ਜਿਹੜੀ ਗੱਲ ਆਪ ਕਹਿ ਰਹੇ ਹੋ ਬਿਲਕੁਲ ਇਸ ਦੇ ਉਲਟ ਹੈ। ਆਪ ਕਹਿ ਰਹੇ ਹੋ ਤੁਹਾਡੇ ਵਰਗਾ ਸੁਖੀ ਕੋਈ ਨਹੀਂ ਹੋਵੇਗਾ, ਪਰ ਕਹਿਣ ਲੱਗਾ ਵੀ ਮੇਰੇ ਵਰਗਾ ਦੁਖੀ ਵੀ ਕੋਈ ਨਹੀਂ। ਆਖਣ ਲੱਗੇ, ਤੈਨੂੰ ਕਮੀ ਕਿਸ ਚੀਜ਼ ਦੀ? ਕਹਿਣ ਲੱਗਾ, ਕੋਈ ਕਮੀ ਨਹੀਂ, ਬੜਾ ਕੁਝ ਹੈ ਮੇਰੇ ਕੋਲ, ਪਰ ਕਮੀ ਇੱਕ ਚੀਜ਼ ਦੀ ਹੈ। ਜੋ ਕੁਝ ਤੁਸੀਂ ਵੇਖ ਰਹੇ ਹੋ ਨਾ, ਇਹ ਸਾਰੇ ਕੁਝ ਨੂੰ ਸੰਭਾਲਣ ਵਾਲਾ ਮੇਰੇ ਤੋਂ ਬਾਅਦ ਕੋਈ ਨਹੀਂ। ਫਿਰ ਧਿਆਨ ਦੇਵਿਓ, ਬੰਦਾ ਕਿਸੇ ਨਾ ਕਿਸੇ ਪੱਖ ਤੋਂ ਦੁਖੀ ਹੈ, ਤੇ ਅਸੀਂ ਆਮ ਤੌਰ ਤੇ ਆਪਣਾ ਦੁੱਖ ਘਟਾਉਣ ਵਾਸਤੇ, ਆਪਣੇ ਆਪ ਨੂੰ ਸੁਖੀ ਬਣਾਉਣ ਵਾਸਤੇ ਇਹ ਗੱਲ ਕਹਿ ਦਿੰਦੇ ਹਾਂ ਵੀ ਬਾਬਾ ਨਾਨਕ ਜੀ ਨੇ ਇਹ ਤੱਤ ਕੱਢਿਆ ਹੈ ਕਿ ਨਾ ਅਰਸ਼ ਦੇ ਨਾ ਫਰਸ਼ ਦੇ ਰਾਜੇ ਸੁਖੀ ਨੇ, ਨਾ ਗਿਆਨੀ ਪੰਡਤ ਲੋਕ ਸੁਖੀ ਨੇ, ਨਾ ਕੋਈ ਜਿਹੜਾ ਹੈ ਨਾ ਦੁਨਿਆਵੀ ਤੌਰ ਤੇ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਸੁਖੀ ਹੈ। ਸਾਰਾ ਸੰਸਾਰ ਹੀ ਦੁਖੀ ਹੈ।
ਤੇ ਬਚਨ ਆਪ ਜੀ ਬਹੁਤ ਵਾਰੀ ਪੜ੍ਹਦੇ ਹੋ, ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸ਼ਰਾਮ ਰੋਵੈ ਕਰ ਆਇਆ। ਤੇ ਅੰਤ ਵਿੱਚ ਜਾ ਕੇ ਤਦ ਕੜਿਆ, ਬਾਲੀ ਰੋਵੈ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਪਰ ਸਾਧ ਸੰਗਤ ਅਖੀਰ ਵਿੱਚ ਜਾ ਕੇ ਸਤਿਗੁਰਾਂ ਨੇ ਸਮਝਾ ਦਿੱਤਾ, ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਲੇਖੈ ਲਾਏ। ਵਾਹਿਗੁਰੂ ਦੇ ਘਰ ਵਿੱਚ ਕੇਵਲ ਨਾਮ ਦੀ ਹੀ ਕੀਮਤ ਹੈ। ਨਾਨਕ ਕੈ ਘਰ ਕੇਵਲ ਨਾਮ ਵਾਲੀ ਗੱਲ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ। ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ। ਆਖਿਆ ਬਹੁਤਾ ਧਨ ਸੁਖੀ ਨਹੀਂ ਕਰਦਾ। ਆ ਨਾਟਕ ਚਾਟਕ ਵੇਖਿਆ ਵੀ ਜਿਹੜਾ ਹੈ ਨਾ, ਚੇਟਕ ਵੇਖਿਆ, ਸੁੱਖ ਨਹੀਂ ਮਿਲਦਾ। ਬਹੁਤੇ ਦੇਸ਼ ਮੱਲਿਆਂ ਵੀ ਕਮਾਏ ਤੋਂ ਭਾਵ ਮੱਲਿਆਂ, ਸੁੱਖ ਨਹੀਂ ਮਿਲਦਾ। ਕੇਵਲ ਸੁਖ ਮਿਲਦਾ ਹੈ ਸਰਬ ਸੁਖਾ ਹਰ ਹਰ ਗੁਣ ਗਾਏ। ਹਰੀ ਦੇ ਗੁਣ ਗਾ ਕੇ ਜੀਵਨ ਦੇ ਅੰਦਰ ਸੁਖ ਮਿਲਦਾ ਹੈ। ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧਾਨੀ ਉਸ ਜਨਮਾ ਨਾਨਕ ਤਿਸ ਬਲਿਹਾਰੀ। ਸੁਖ ਕੇਵਲ ਨਾਮ ਧਿਆਉਣ ਵਿੱਚ ਹੈ, ਨਾਮ ਜਪਨ ਵਿੱਚ ਹੈ। ਨਾਮ ਜਪਿਆਂ ਹੀ ਜੀਵਨ ਦੇ ਅੰਦਰ ਸੁਖ ਪ੍ਰਾਪਤ ਹੁੰਦਾ ਹੈ। ਪਰ ਨਾਲ ਹੀ ਇਹ ਕਿਰਪਾ ਕਰ ਦਿੱਤੀ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੈ ਮੀਠਾ ਲਾਇਆ। ਇਹ ਨਾਮ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਪਰ ਇਹ ਪਿਆਰਾ ਕਿਵੇਂ ਲੱਗੇਗਾ, ਮਿੱਠਾ ਕਿੰਨੇ ਲੱਗੇਗਾ? ਸਾਨੂੰ ਨਾਮ ਪਿਆਰਾ ਨਹੀਂ ਲੱਗਦਾ, ਦਾਤ ਪਿਆਰੀ ਲੱਗਦੀ। ਦਾਤ ਪ੍ਰਾਪਤ ਕਰਨੀ ਮਾੜੀ ਗੱਲ ਨਹੀਂ, ਦਾਤ ਮੰਗਣੀ ਮਾੜੀ ਗੱਲ ਨਹੀਂ। ਦਾਤ ਮੰਗਣੀ ਹੈ ਦਾਤੇ ਦੇ ਕੋਲੋਂ, ਕਿਉਂਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮੰਗਾਂਗੇ ਦੇਵੇਗਾ, ਪਰ ਦਾਤ ਪ੍ਰਾਪਤ ਕਰਕੇ ਦਾਤੇ ਨੂੰ ਵਿਸਰ ਨਹੀਂ ਜਾਣਾ। ਜਿਵੇਂ ਸਿਆਣੇ ਕਹਿੰਦੇ ਨੇ ਨਾ, ਕਿਸੇ ਮਕਾਨ ਦੀ ਛੱਤ ਉੱਤੇ ਚੜ੍ਹਨਾ ਹੋਵੇ ਪੌੜੀ ਦੀ ਲੋੜ ਹੈ, ਪਰ ਆਮ ਇੱਕ ਆਪਾਂ ਵੇਖਦੇ ਆ ਵੀ ਜਦੋਂ ਬੰਦਾ ਛੱਤ ਤੇ ਚੜ੍ਹ ਜਾਂਦਾ ਪੌੜੀ ਵੱਲ ਪਿੱਠ ਹੋ ਜਾਂਦੀ, ਉਹਨੂੰ ਹੀ ਚੇਤੇ ਨਹੀਂ ਰਹਿੰਦਾ ਕਿ ਜਿਸ ਪੌੜੀ ਦੇ ਰਾਹੀਂ ਮੈਂ ਚੜ੍ਹਿਆ ਹਾਂ ਉਤਰਨਾ ਵੀ ਇਸੇ ਦੇ ਰਾਹੀਂ। ਸਤਿਗੁਰੂ ਮਹਾਰਾਜ ਆਖਦੇ ਨੇ, ਦਾਤਾ ਮੰਗ, ਪਰ ਦਾਤਾ ਦੇਣ ਵਾਲੇ ਨੂੰ ਆਪਣੇ ਅੰਦਰੋਂ ਭੁਲਾ ਨਾ, ਬਲਕਿ ਇਹ ਅਰਦਾਸ ਕਰ ਗੁਰਾ, ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਆਪਾਂ ਪੜ੍ਹਦੇ ਆ ਨਾ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ, ਇਹ ਚਾਅ ਸਾਡੇ ਅੰਦਰ ਪੈਦਾ ਹੋਵੇ ਕਿ ਦਾਤਾ ਨੂੰ ਵੇਖ ਕੇ ਦਾਤਾ ਨਾ ਭੁੱਲੇ, ਦਾਤ ਦੇ ਵਿੱਚੋਂ ਦਾਤੇ ਦੇ ਦੀਦਾਰ ਹੋਣ।
ਤੇ ਫਿਰ ਜ਼ਿੰਦਗੀ ਦੇ ਅੰਦਰ ਸੁਖ ਬਣਿਆ ਰਹੇਗਾ। ਫਿਰ ਸੁਖ ਜਿਹੜਾ ਹੈ ਨਾ ਇਹ ਮੁੱਕੇਗਾ ਨਹੀਂ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ, ਸਤਿਗੁਰੂ ਬੜਾ ਕੁਝ ਤੇਰੇ ਕੋਲੋਂ ਮੰਗਿਆ ਹੈ, ਬਹੁਤ ਕੁਝ ਮੰਗਿਆ ਹੈ, ਭੁੱਖ ਲੱਗੀ ਹੈ ਭੋਜਨ ਵੀ ਮੰਗਿਆ ਹੈ, ਪਿਆਸ ਲੱਗੀ ਪਾਣੀ ਵੀ ਮੰਗਿਆ ਹੈ, ਪਰ ਦਾਤਾ ਅੱਜ ਮੇਰੀ ਇੱਕ ਮੰਗ ਹੈ ਤੇਰੇ ਚਰਨਾਂ ਦੇ ਵਿੱਚ। ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਹ ਗੱਲ ਕਹਿੰਦੇ ਨੇ, 10 ਮਰਦਾਨਿਆਂ ਤੇਰੀ ਮੰਗ ਕੀ ਹੈ? ਕਿਹੜੀ ਮੰਗ ਹੈ ਅੱਜ ਜਿਹੜੀ ਤੂੰ ਮੰਗਣੀ ਹੈ? ਕਹਿਣ ਲੱਗਾ, ਸਤਿਗੁਰੂ ਬਸ ਕਿਰਪਾ ਕਰ ਦਿਓ, ਜਿਵੇਂ ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ ਨਾ, ਮੇਰੇ ਉੱਤੇ ਆਪਣੀ ਕਿਰਪਾ ਕਰ ਦਿਓ, ਮੈਨੂੰ ਸਬਰ ਆ ਜਾਵੇ, ਮੈਨੂੰ ਸੰਤੋਖ ਆ ਜਾਵੇ, ਸਬਰ ਆ ਜਾਵੇ, ਮੈਨੂੰ ਸੰਤੋਖ ਆ ਜਾਵੇ। ਬਸ ਅੱਜ ਤੋਂ ਬਾਅਦ ਜੇ ਵਾਹਿਗੁਰੂ ਭੁੱਖਾ ਰੱਖਣਾ ਚਾਵੇ ਤੇ ਭੁੱਖ ਵੀ ਮਨਜ਼ੂਰ ਹੈ, ਜੇ ਪਿਆਸਾ ਰੱਖਣਾ ਚਾਵੇ ਪਿਆਸ ਵੀ ਮਨਜ਼ੂਰ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਆਪਣੀ ਵਾਰੀ ਅਵਸਥਾ ਮੈਨੂੰ ਦੇ ਦਿਓ, ਆਪਣੀ ਵਾਰੀ ਜਿਹੜੀ ਹੈ ਨਾ ਜ਼ਿੰਦਗੀ ਜਿਉਣ ਦਾ ਢੰਗ ਮੈਨੂੰ ਦੇ ਦਿਓ। ਅਸੀਂ ਗੁਰਬਾਣੀ ਪੜ੍ਹਨੀ, ਕੀਰਤਨ ਸੁਣਨਾ, ਵਿਚਾਰਾਂ ਸੁਣਨੀਆਂ ਨੇ, ਪਰ ਨਾਲ ਦੀ ਨਾਲ ਇਹ ਵੀ ਅਰਦਾਸ ਕਰਨੀ ਹੈ, ਸਤਿਗੁਰੂ ਬਸ ਕਿਰਪਾ ਕਰ ਦਿਓ, ਜ਼ਿੰਦਗੀ ਦੇ ਅੰਦਰ ਸੰਤੋਖ ਆ ਜਾਵੇ, ਸਬਰ ਆ ਜਾਵੇ। ਜਦੋਂ ਸਬਰ ਆ ਗਿਆ, ਸੰਤੋਖ ਆ ਗਿਆ, ਤੇ ਸਾਧ ਸੰਗਤ ਜੀਵਨ ਦੇ ਅੰਦਰ ਹਰੀ ਦਾ ਨਾਮ ਸਾਰੀਆਂ ਚੀਜ਼ਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਵੀ ਖਜ਼ਾਨਾ ਹੈ। ਪਰ ਇਹ ਮਿੱਠਾ ਕਿਵੇਂ ਲੱਗਦਾ ਹੈ, ਇਹ ਪਿਆਰਾ ਕਿਵੇਂ ਲੱਗਦਾ ਹੈ, ਇਸ ਨਾਲ ਸੰਬੰਧ ਕਿਵੇਂ ਜੁੜਦਾ ਹੈ? ਕੇਵਲ ਤੇ ਕੇਵਲ ਪੂਰੇ ਗੁਰੂ ਦੀ ਕਿਰਪਾ ਨਾਲ। ਹੱਠ ਮਜਾਹੋ ਮਾਨਕ ਲੱਧਾ, ਮੁੱਲ ਨਾ ਖਿੱਤਾ, ਮੈਕੋ ਸਤਿਗੁਰ ਦਿੱਤਾ, ਢੂੰਡ ਵਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਕਿਉਂਕਿ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਹਰ ਨਾਮ ਦਿਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਫਿਰ ਧਿਆਨ ਦੇਵਿਓ, ਸਾ ਧਰਤੀ ਭਈ ਹਰਿਆਵਰੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਉਹ ਧਰਤੀ ਹਰੀ ਭਰੀ ਹੋ ਗਈ। ਸਾਧ ਸੰਗਤ ਜਿੱਥੇ ਮੇਰਾ ਸਤਿਗੁਰੂ ਆ ਕੇ ਬਿਰਾਜਮਾਨ ਹੋ ਗਿਆ, ਸੇ ਜੰਤ ਭਏ ਹਰਿਆਵਲੇ, ਜਿਨ੍ਹੀ ਮੇਰਾ ਸਤਿਗੁਰੂ ਦੇਖਿਆ ਜਾਏ। ਜ਼ਿਮੀਂਦਾਰ ਨੂੰ ਇੱਕ ਗੱਲ ਕਹੀ ਸੀ, ਜਦੋਂ ਜ਼ਿਮੀਂਦਾਰ ਨੇ ਇਹ ਕੇਸ ਰਾਏ ਬੁਲਾਰ ਦੇ ਕੋਲ ਰੱਖਿਆ ਕਿ ਮਹਿਤਾ ਕਾਲੂ ਜੀ ਦੇ ਪੁੱਤਰ ਨੇ ਮੇਰੇ ਖੇਤਾਂ ਦਾ ਉਜਾੜਾ ਕਰ ਦਿੱਤਾ ਹੈ। ਧਿਆਨ ਦੇਵਿਓ, ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦਾ ਹੈ ਵੀ ਕਿਤੇ ਜ਼ਿਮੀਂਦਾਰ ਨੂੰ ਇਹ ਸਮਝ ਆ ਜਾਂਦੀ, ਜਦੋਂ ਬਾਬਾ ਨਾਨਕ ਨੇ ਇਹ ਬਚਨ ਕਹੇ ਕਿ ਜਿੰਨਾ ਹੱਕ ਤੇਰਾ ਹੈ ਓਨਾ ਖੇਤੀ ਦੇ ਉੱਤੇ ਪਸ਼ੂਆਂ ਦਾ ਹੈ, ਤੇ ਨਾਲ ਇੱਕ ਗੱਲ ਕਹੀ ਸੀ, ਖੇਤੀ ਵੀ ਰੱਬ ਦੀ, ਪਸ਼ੂ ਵੀ ਰੱਬ ਦੇ, ਅਸੀਂ ਵੀ ਰੱਬ ਦੇ। ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਜ਼ਿਮੀਂਦਾਰ ਨੂੰ ਵਾਹਿਗੁਰੂ ਤੇ ਭਰੋਸਾ ਰੱਖ, ਪਹਿਲਾਂ ਨਾਲੋਂ ਵੀ ਤੇਰੀ ਉਜੜੀ ਹੋਈ ਖੇਤੀ ਵੱਧ ਹੋਵੇਗੀ। ਉੱਥੇ ਉਹ ਵਿਦਵਾਨ ਸੱਜਣ ਕਹਿੰਦਾ ਕਿਤੇ ਉਸ ਨੂੰ ਇਹ ਸਮਝ ਆ ਜਾਂਦੀ, ਕਿਉਂਕਿ ਰਾਏ ਬੁਲਾਰ ਨੂੰ ਤਾਂ ਸਮਝ ਆ ਗਈ, ਹਰਿਆ ਭਰਿਆ ਹੋ ਗਿਆ, ਪਰ ਸਾਧ ਸੰਗਤ ਉਸ ਜ਼ਿਮੀਂਦਾਰ ਨੂੰ ਸਮਝ ਨਹੀਂ ਆਈ। ਜੇ ਆ ਜਾਂਦੀ
ਤੇ ਉਹ ਵੀ ਹਰੇ ਭਰੇ ਜੀਵਨ ਵਾਲਾ ਹੋ ਜਾਣਾ ਸੀ। ਬਾਬਾ ਨਾਨਕ ਜੀ ਕਿਰਪਾ ਕਰਦੇ ਨੇ ਤੇ ਆਪਾਂ ਬਚਨ ਪੜ੍ਹਦੇ ਹਾਂ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਪਰ ਨਾਲ ਹੀ ਆਖਦੇ ਨੇ, ਧਨ ਧਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਨਾਮ ਸੰਭਾਲਿਆ। ਮਹਾਰਾਜ ਆਖਦੇ ਨੇ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਨ ਜਾਰਿਆ। ਸਤਿਗੁਰੂ ਹੈ ਬੋਏ ਥਾ, ਵਿਰਲੇ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਮਹਾਰਾਜ ਆਖਦੇ ਨੇ, ਹੇ ਮੇਰੇ ਮਨ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਧਿਆ ਕੇ ਉਹ ਸੁਖ ਪ੍ਰਾਪਤ ਹੁੰਦਾ ਹੈ, ਜਿਹੜਾ ਸੁਖ ਕਦੀ ਬਿਨਸਦਾ ਨਹੀਂ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਪਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਪਰ ਇਹ ਮਿੱਠਾ ਲੱਗਦਾ ਹੈ, ਇਹ ਪਿਆਰਾ ਲੱਗਦਾ ਹੈ, ਅਨੁਭਵ ਹੁੰਦਾ ਇਸ ਨਾਮ ਦਾ। ਕਦੋਂ? ਜਦੋਂ ਗੁਰੂ ਕਿਰਪਾ ਕਰਦਾ ਹੈ। ਕਿਹੜਾ ਗੁਰੂ? ਜਿਹੜਾ ਪੂਰਾ ਗੁਰੂ ਹੈ, ਜਿਸ ਵਿੱਚ ਕੋਈ ਕਮੀ ਨਹੀਂ। ਸਤਿਗੁਰੂ ਮਹਾਰਾਜ ਪਹਿਲੇ ਬੰਦ ਦੇ ਅੰਦਰ ਜੋ ਕਿਰਪਾ ਕਰਦੇ ਨੇ, ਆਓ ਆਪਾਂ ਸਰਵਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਰਾਗ ਸੋਰਠ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਵਾਹਿਗੁਰੂ ਪਰਮਾਤਮਾ ਆਪ ਹੀ ਕੰਡਾ ਹੈ, ਆਪ ਹੀ ਤਕੜੀ ਹੈ, ਆਪ ਹੀ ਵੱਟਾ ਹੈ, ਆਪ ਹੀ ਤੋਲਣ ਵਾਲਾ ਹੈ। ਕੰਡਾ ਬਜ਼ੁਰਗ ਜਾਣਦੇ ਨੇ, ਕਿਉਂਕਿ ਅੱਜ ਤੋਲਣ ਦਾ ਜਿਹੜਾ ਢੰਗ ਹੈ ਨਾ, ਉਹ ਕੁਝ ਹੋਰ ਹੋ ਗਿਆ ਹੈ। ਆਮ ਤੌਰ ਤੇ ਜਿਸ ਉੱਤੇ ਤੋਲਿਆ ਜਾਂਦਾ ਹੈ ਉਹਨੂੰ ਕੰਡਾ ਕਿਹਾ ਜਾਂਦਾ ਹੈ। ਆਪਾਂ ਪੜ੍ਹਦੇ ਹਾਂ ਨਾ ਧਰਮ ਕੰਡਾ, ਧਰਮ ਕੰਡਾ ਆਮ ਲਿਖਿਆ ਹੁੰਦਾ ਹੈ। ਹੁਣ ਕੰਡਾ ਉਸ ਸਾਰੇ ਕੁਝ ਨੂੰ ਕਿਹਾ ਜਾਂਦਾ ਹੈ ਜਿੱਥੇ ਵਜ਼ਨ ਤੋਲਿਆ ਜਾਂਦਾ ਹੈ, ਪਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਹੈ, ਉਹ ਜਾਣਦੇ ਨੇ। ਤਕੜੀ ਜਿਹੜੀ ਹੈ ਨਾ, ਜਿੱਥੋਂ ਆਪਾਂ ਫੜਦੇ ਸੀ ਬੋਦੀ ਜਿਹਨੂੰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਇੱਕ ਸੂਈ ਹੁੰਦੀ ਸੀ। ਸੂਈ ਜਿੱਧਰ ਭਾਰ ਜ਼ਿਆਦਾ ਹੁੰਦਾ ਸੀ, ਸੂਈ ਉਸੇ ਪਾਸੇ ਵੱਲ ਹੋ ਜਾਂਦੀ ਸੀ। ਸੂਈ ਉਸੇ ਪਾਸੇ ਵੱਲ ਹੋ ਜਾਂਦੀ ਸੀ। ਜੇ ਭਾਰ ਬਰਾਬਰ ਹੋਵੇ ਦੋਵਾਂ ਛਾਬਿਆਂ ਦੇ ਵਿੱਚ, ਤੇ ਸੂਈ ਵਿਚਕਾਰ ਆ ਜਾਂਦੀ ਸੀ। ਸੂਈ ਵਿਚਕਾਰ ਆ ਜਾਂਦੀ ਸੀ। ਜਿਵੇਂ ਇੱਕ ਪਾਸੇ ਸਮਾਨ ਪਾਇਆ, ਦੂਜੇ ਪਾਸੇ ਵੱਟਾ ਪਾ ਲਿਆ। ਇੱਕ ਪਾਸੇ ਸਮਾਨ ਪਾਇਆ, ਦੂਜੇ ਪਾਸੇ ਵੱਟਾ ਪਾ ਲਿਆ। ਜੇ ਸਮਾਨ ਘੱਟ ਹੈ ਤੇ ਸਮਾਨ ਵਾਲਾ ਪਾਸਾ ਉੱਪਰ ਹੋ ਜਾਏਗਾ, ਵੱਟੇ ਵਾਲਾ ਪਾਸਾ ਨੀਵਾਂ ਰਹੇਗਾ। ਪਰ ਜਦੋਂ ਬਰਾਬਰ ਆ ਜਾਵੇਗਾ, ਗਾਹਕ ਦੀ ਤਸੱਲੀ ਹੋ ਜਾਂਦੀ, ਦੇਣ ਵਾਲੇ ਦੀ ਵੀ ਤਸੱਲੀ ਹੋ ਜਾਂਦੀ ਕਿ ਸੂਈ ਬਰਾਬਰ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਤਕੜੀ ਵੀ ਆਪ ਹੈ, ਤਰਾਜੂ ਆਪ ਹੀ ਉਹ ਸੂਈ ਹੈ ਜਿਹੜੀ ਦੱਸਦੀ ਹੈ ਘੱਟ ਵੱਧ, ਆਪ ਹੀ ਵੱਟਾ ਹੈ, ਤੇ ਆਪ ਹੀ ਵਾਹਿਗੁਰੂ ਪਰਮਾਤਮਾ ਤੋਲਣ ਵਾਲਾ ਹੈ, ਆਪ ਹੀ
ਤੋਲਣਹਾਰਾ ਹੈ। ਆਪੇ ਸਾਹੂ ਆਪੇ ਵਣਜਾਰਾ ਆਪੇ ਵਣਜ ਕਰਾਇਆ। ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਸਾਧ ਸੰਗਤ ਸ਼ਾਹ ਹੈ ਤੇ ਆਪ ਹੀ ਵਣਜਾਰਾ ਹੈ। ਸੱਚ ਸ਼ਾਹ ਹਮਾਰਾ ਤੂ ਧਨੀ ਸਭ ਜਗਤ ਵਣਜਾਰਾ ਰਾਮ ਰਾਜੇ। ਪਰ ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਸ਼ਾਹ ਵੀ ਆਪ ਹੈ ਤੇ ਜੇ ਵੰਜ ਕਰਨ ਵਾਲਾ ਜੀਵ ਵੀ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਸ਼ਾਹ ਵੀ ਆਪ ਹੈ, ਆਪ ਹੀ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਵਣਜਾਰਾ ਹੈ ਤੇ ਵਪਾਰ ਕਰ ਰਿਹਾ ਹੈ। ਆਪੇ ਧਰਤੀ ਸਾਜੀਅਨ ਪਿਆਰੈ ਪਿਛੈ ਟੰਕ ਚੜਾਇਆ। ਵਾਹਿਗੁਰੂ ਪਰਮਾਤਮਾ ਆਪ ਹੀ ਧਰਤੀ ਨੂੰ ਸਾਜਣ ਵਾਲਾ ਹੈ, ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਕਿਉਂਕਿ ਦੂਜਾ ਹੋਰ ਕੋਈ ਨਹੀਂ। ਜਿਹੜਾ ਇਹ ਮਤ ਖਿਆਲ ਸਾਡੀ ਸੰਸਾਰ ਵਿੱਚ ਪ੍ਰਚਲਿਤ ਸੀ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ, ਰੋਜੀ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ, ਮਹਾਰਾਜ ਨੇ ਆਖਿਆ ਨਹੀਂ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ। ਮਹਾਰਾਜ ਆਖਦੇ ਨੇ ਅਗਲੀਆਂ ਪੰਕਤੀਆਂ ਦੇ ਅੰਦਰ, ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਉ ਵਿਡਾਨ। ਮੂਲ ਮੰਤਰ ਦੇ ਅੰਦਰ ਵਾਹਿਗੁਰੂ ਪਰਮਾਤਮਾ ਬਾਰੇ ਆਪਾਂ ਪੜ੍ਹਦੇ ਹਾਂ, ਉਹ ਕਰਤਾ ਪੁਰਖ ਹੈ। ਕੱਲਾ ਕਰਤਾ ਨਹੀਂ, ਪੁਰਖ ਵੀ ਹੈ। ਹਰ ਆਪਣੀ ਕਿਰਤ ਦੇ ਨਾਲ ਜੁੜਿਆ ਹੋਇਆ ਹੈ, ਕਿਰਤ ਤੋਂ ਵੱਖਰਾ ਨਹੀਂ। ਇਸੇ ਵਾਸਤੇ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ। ਉਹ ਵਾਹਿਗੁਰੂ ਪਰਮਾਤਮਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਹਰ ਥਾਂ ਤੇ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਗਨਨਾਥਪੁਰੀ ਦੇ ਅੰਦਰ ਉਹਨਾਂ ਲੋਕਾਂ ਨੂੰ ਸਮਝਾਇਆ ਸੀ ਕਿ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ, ਹਰ ਆਪਣੀ ਬਣਾਈ ਹੋਈ ਚੀਜ਼ ਦੇ ਵਿੱਚ ਹੈ। ਧਰਤੀ ਵੀ ਉਹਨੇ ਆਪ ਸਾਜੀ ਹੈ ਤੇ ਸਾਧ ਸੰਗਤ ਸਾਜ ਕੇ ਟੰਕ ਚੜਾਇਆ। ਟੰਕ ਦਾ ਭਾਵ ਕੀ ਹੈ? ਚਾਰ ਮਾਸੇ ਦਾ ਵਟਾ, ਚਾਰ ਮਾਸੇ ਦਾ ਵਟਾ। ਭਾਵ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਧਰਤੀ ਨੂੰ ਬਣਾਇਆ ਤੇ ਆਪ ਹੀ ਇਸ ਨੂੰ ਆਪਣੀ ਮਰਿਆਦਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਚਲਾ ਰਿਹਾ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਨੇ ਆਕਾਸ਼। ਪਰ ਅਖੀਰ ਵਿੱਚ ਜਾ ਕੇ ਕਹਿ ਦਿੱਤਾ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਵਾਹਿਗੁਰੂ ਪਰਮਾਤਮਾ ਦੇ ਭੈ ਵਿੱਚ ਹੀ ਸਭ ਕੁਝ ਜਿਹੜਾ ਹੈ ਨਾ ਉਹ ਚੱਲ ਰਿਹਾ ਹੈ, ਮਰਿਆਦਾ ਦੇ ਵਿੱਚ ਚੱਲ ਰਿਹਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਜਿੱਥੇ ਉਹਨੇ ਧਰਤੀ ਨੂੰ ਸਾਜਿਆ ਉੱਥੇ ਨਾਲ ਮਰਿਆਦਾ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਸਾਰੇ ਜੀਵਾਂ ਨੂੰ ਰੱਖਿਆ ਹੋਇਆ ਹੈ। ਮਾਨੋ ਚਾਰ ਮਾਸੇ ਦਾ ਵੱਟਾ ਜਿਹੜਾ ਹੈ ਨਾ, ਵਾਹਿਗੁਰੂ ਪਰਮਾਤਮਾ ਨੇ ਪਿੱਛੇ ਚੜਾਇਆ ਹੋਇਆ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹੇ ਮੇਰੇ ਮਨ, ਹਰੀ ਨੂੰ ਧਿਆ ਕੇ ਹੀ ਸੁਖ ਪ੍ਰਾਪਤ ਹੁੰਦਾ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ,
ਗੁਰ ਪੂਰੈ ਮੀਠਾ ਲਾਇਆ। ਹਰੀ ਦਾ ਨਾਮ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਹ ਨਾਮ ਪਿਆਰਾ ਲੱਗਦਾ ਹੈ ਪੂਰੇ ਗੁਰੂ ਦੀ ਕਿਰਪਾ ਨਾਲ। ਭਾਵ ਨਾਮ ਦਾ ਅਨੁਭਵ, ਨਾਮ ਦੀ ਵਡਿਆਈ ਪੂਰੇ ਗੁਰੂ ਦੇ ਰਾਹੀਂ ਸਮਝ ਆਂਦੀ ਹੈ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਆਪ ਵੀ ਵਾਹਿਗੁਰੂ ਪਾਤ ਪਰਮਾਤਮਾ ਧਰਤੀ ਰੂਪ ਹੈ, ਆਪ ਹੀ ਜਲ ਰੂਪ ਹੈ, ਆਪ ਹੀ ਸਭ ਕੁਝ ਕਰਨ ਵਾਲਾ ਹੈ ਤੇ ਜੀਵਾਂ ਪਾਸੋਂ ਕਰਾਉਣ ਵਾਲਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਆਪ ਹੀ ਵਾਹਿਗੁਰੂ ਪਰਮਾਤਮਾ ਨੇ, ਧਿਆਨ ਦੇਵਿਓ ਸਾਧ ਸੰਗਤ, ਜਲ ਤੇ ਮਿੱਟੀ ਨੂੰ ਬੰਨ ਕੇ ਰੱਖਿਆ ਹੋਇਆ ਹੈ। ਵਾਹਿਗੁਰੂ ਪਰਮਾਤਮਾ ਜਿਹੜਾ ਹੈ ਆਪਣੇ ਹੁਕਮ ਵਿੱਚ ਹੀ ਇਹ ਸਭ ਕੁਝ ਕਰ ਰਿਹਾ ਹੈ। ਮਿੱਟੀ ਆਪਣੀ ਥਾਂ ਤੇ ਟਿਕੀ ਹੋਈ ਹੈ, ਪਾਣੀ ਆਪਣੀ ਥਾਂ ਤੇ ਟਿਕਿਆ ਹੋਇਆ ਹੈ। ਪਾਣੀ ਮਿੱਟੀ ਨੂੰ ਆਪਣੇ ਵਿੱਚ ਗਰਕ ਨਹੀਂ ਕਰਦਾ। ਆਪੇ ਹੀ ਭਉ ਪਾਏਂਦਾ ਪਿਆਰਾ, ਬਨ ਬੱਕਰੀ ਸੀਹੋ ਹੰਡਾਇਆ। ਹੁਣ ਬੱਕਰੀ ਤੇ ਸ਼ੇਰ ਦੀ ਗੱਲ ਆਪਾਂ ਕਰੀਏ, ਇਹਨਾਂ ਦਾ ਕੋਈ ਮਿਲਾਪ ਨਹੀਂ, ਪਰ ਮਹਾਰਾਜ ਆਖਦੇ ਨੇ ਆਪ ਹੀ ਵਾਹਿਗੁਰੂ ਪਰਮਾਤਮਾ ਨੇ ਆਪਣੇ ਡਰ ਦੇ ਵਿੱਚ ਬੱਕਰੀ ਨੂੰ ਤੇ ਸ਼ੇਰ ਨੂੰ ਜਿਹੜਾ ਨਾ ਇਕੱਠਾ ਹੀ ਹੰਡਾਇਆ ਫਿਰਾਇਆ ਹੋਇਆ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਵਾਹਿਗੁਰੂ ਪਰਮਾਤਮਾ ਆਪ ਹੀ ਲੱਕੜ ਹੈ ਤੇ ਆਪ ਹੀ ਲੱਕੜ ਦੇ ਵਿੱਚ ਅੱਗ ਰੱਖੀ ਹੋਈ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੋਧ ਮੈਂ ਕੀਆ। ਹਰ ਲੱਕੜ ਦੇ ਅੰਦਰ ਅੱਗ ਹੈ, ਹਰ ਦੁੱਧ ਦੇ ਵਿੱਚ ਘਿਓ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਮਹਾਰਾਜ ਆਖਦੇ ਨੇ ਆਪ ਹੀ ਵਾਹਿਗੁਰੂ ਪਰਮਾਤਮਾ ਲੱਕੜ ਰੂਪ ਹੈ ਤੇ ਆਪ ਹੀ ਲੱਕੜ ਦੇ ਵਿੱਚ ਅੱਗ ਰਖਾਈ ਹੋਈ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨ ਸਕੈ ਜਲਾਇਆ। ਉਹ ਵਾਹਿਗੁਰੂ ਪਰਮਾਤਮਾ ਸਾਰੀ ਜਗ੍ਹਾ ਤੇ ਆਪ ਵਰਤ ਰਿਹਾ ਹੈ। ਹੁਣ ਇਹ ਗੱਲ ਸਮਝ ਵਿੱਚ ਆ ਜਾਵੇ ਤੇ ਸਾਧ ਸੰਗਤ ਜ਼ਿੰਦਗੀ ਦੇ ਅੰਦਰ ਸੁਖ ਹੈ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਆਖਿਆ ਨਾ ਮਹਾਰਾਜ ਨੇ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ। ਜਿਉ ਭਾਵੈ ਤਿਵੇਂ ਬਖਸ਼। ਹੁਣ ਵੇਖੋ, ਕੋਈ ਸਾਡੇ ਨਾਲ ਮਾੜੀ ਘਟਨਾ ਘਟ ਜਾਵੇ ਤੇ ਕੋਈ ਬੰਦਾ ਦੁੱਖ ਸਾਂਝਾ ਕਰਨ ਵਾਸਤੇ ਆਵੇ ਤੇ ਉਸ ਵੇਲੇ ਆਪਾਂ ਕਹਿੰਦੇ ਵੀ ਰੱਬ ਅੱਗੇ ਜ਼ੋਰ ਹੈ। ਪਹਿਲਾਂ ਨਹੀਂ, ਪਹਿਲਾਂ ਰੱਬ ਦੀ ਪਰਵਾਹ ਨਹੀਂ, ਪਰ ਜਦੋਂ ਜੀਵਨ ਦੇ ਅੰਦਰ ਘਟਨਾ ਘਟਦੀ ਏ, ਜਿਸ ਘਟਨਾ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਉਸ ਵੇਲੇ ਅਸੀਂ ਇਹ ਕਹਿੰਦੇ ਹਾਂ ਰੱਬ ਅੱਗੇ ਜ਼ੋਰ ਹੈ, ਇਹ ਰੱਬ ਦਾ ਭਾਣਾ ਹੈ। ਫਿਰ ਆਪਣੇ ਆਪ ਨੂੰ ਅਸੀਂ ਸੁਰਖਰੂ ਕਰਦੇ ਆ ਵਾਹਿਗੁਰੂ ਪਰਮਾਤਮਾ ਤੇ ਸਭ ਕੁਝ ਛੱਡ ਕੇ। ਤੇ ਮਹਾਰਾਜ ਆਖਦੇ ਨੇ ਹੋਈ ਸਭ ਕੁਝ ਵਾਹਿਗੁਰੂ ਦੇ ਭਾਣੇ ਵਿੱਚ ਰਿਹਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਹਮੇਸ਼ਾ ਜਪੀਏ। ਤੇ ਮਹਾਰਾਜ ਕਿਰਪਾ ਕਰਦੇ ਨੇ, ਸਭ ਕੁਝ ਵਾਹਿਗੁਰੂ ਪਰਮਾਤਮਾ ਦੇ ਭਾਣੇ ਵਿੱਚ ਹੋ ਰਿਹਾ
ਤੇ ਅੱਗ ਵੀ ਜਿਹੜੀ ਨਾ ਰੱਬ ਦੇ ਭੈ ਵਿੱਚ ਲੱਕੜ ਨੂੰ ਸਾੜ ਨਹੀਂ ਸਕਦੀ। ਆਪੇ ਮਾਰ ਜੀਵਾਂ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਮਾਰਨ ਦੀ ਸ਼ਕਤੀ, ਜੀਵਾਨ ਦੀ ਸ਼ਕਤੀ ਕੇਵਲ ਵਾਹਿਗੁਰੂ ਪਰਮਾਤਮਾ ਦੇ ਕੋਲ ਹੈ, ਤੇ ਸਾਰੇ ਜੀਵ ਉਸ ਦੇ ਦਿੱਤੇ ਹੋਏ ਸਾਹ ਹੀ ਜਿਹੜੇ ਨੇ ਨਾ ਉਹ ਲੈ ਰਹੇ ਨੇ। ਸਾਧ ਸੰਗਤ, ਜਦੋਂ ਸਾਹ ਮੁੱਕ ਜਾਂਦੇ ਨੇ, ਡੁਪਲੀਕੇਟ ਸਾਹ ਲੱਗ ਜਾਂਦੇ ਨੇ, ਆ ਵੈਂਟੀਲੇਟਰ ਤੇ ਪਾ ਦਿੰਦੇ ਨੇ, ਜਦੋਂ ਹਟੇਗਾ ਨਾਲ ਦੀ ਨਾਲ ਮੌਤ। ਆਪਾਂ ਇਹ ਵੇਖਦੇ ਹਾਂ, ਮਹਾਰਾਜ ਆਖਦੇ ਨੇ ਜੇਤੇ ਜੀ ਜੀਵੇਂ ਲੈ ਸਾਹ, ਜੀਵਾਲੇ ਤਾਂ ਕਿ ਇਸਾ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਵਾਹਿਗੁਰੂ ਪਰਮਾਤਮਾ ਚਾਹੇ ਤੇ ਕਰ ਸਕਦਾ ਜੋ ਮਰਜ਼ੀ ਕਰਨਾ ਚਾਹੇ। ਮਹਾਰਾਜ ਆਖਦੇ ਨੇ ਮਾਰਨ ਦੀ ਸ਼ਕਤੀ, ਜੀਵਾਨ ਦੀ ਸ਼ਕਤੀ ਕੇਵਲ ਵਾਹਿਗੁਰੂ ਕੋਲ ਹੈ, ਤੇ ਸਾਰੇ ਜੀਵ ਉਸ ਦੇ ਦਿੱਤੇ ਹੋਏ ਸਾਹ ਹੀ ਜਿਹੜੇ ਨੇ ਨਾ ਉਹ ਲੈ ਰਹੇ ਹਨ। ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰ ਲਾਇਆ। ਵਾਹਿਗੁਰੂ ਪਰਮਾਤਮਾ ਆਪ ਹੀ ਤਾਨ, ਤਾਨ ਦਾ ਭਾਵ ਜੋਰ, ਜੋਰ ਦਾ ਭਾਵ ਸ਼ਕਤੀ। ਦੀਵਾਨ, ਦੀਵਾਨ ਦਾ ਭਾਵ ਹੈ ਹਾਕਮ। ਸ਼ਕਤੀ ਵੀ ਆਪ ਹੈ, ਉਸ ਸ਼ਕਤੀ ਨੂੰ ਵਰਤਣ ਵਾਲਾ ਹਾਕਮ ਵੀ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਵੈਸੇ ਦੀਵਾਨ ਦਾ ਅਰਥ ਵੀ ਆਸਰਾ ਕੀਤਾ ਜਾਂਦਾ ਹੈ, ਦੀਵਾਨ ਦਾ ਅਰਥ ਕਚਹਿਰੀ ਵੀ ਕੀਤਾ ਜਾਂਦਾ ਹੈ। ਇੱਥੇ ਭਾਵ ਹੈ ਸ਼ਕਤੀ ਵੀ ਆਪ ਹੈ ਤੇ ਵਾਹਿਗੁਰੂ ਪਰਮਾਤਮਾ ਹਾਕਮ ਵੀ ਆਪ ਹੈ। ਹਾਕਮ ਹੀ ਆਪਣੀ ਸ਼ਕਤੀ ਨੂੰ ਵਾਹਿਗੁਰੂ ਪਰਮਾਤਮਾ ਆਪ ਹੀ ਵਰਤ ਰਿਹਾ ਹੈ, ਤੇ ਜੋ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਵਾਹਿਗੁਰੂ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਕਿਉਂਕਿ ਕਾਟ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ। ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੇ। ਧਿਆਨ ਦੇਵਿਓ, ਜਦੋਂ ਭਾਈ ਮਰਦਾਨਾ ਜੀ ਨੇ ਪੁੱਛਣਾ ਬਾਬਾ ਨਾਨਕ ਜੀ ਹੁਣ ਅੱਗੇ ਕਿੱਥੇ ਜਾਣਾ ਹੈ, ਅਗਲਾ ਪ੍ਰੋਗਰਾਮ ਕੀ ਹੈ, ਤੇ ਬਾਬਾ ਨਾਨਕ ਜੀ ਬਹੁਤਾ ਲੰਬਾ ਚੌੜਾ ਲੈਕਚਰ ਨਹੀਂ ਸੀ ਦਿੰਦੇ, ਕੇਵਲ ਇੰਨਾ ਆਖਦੇ ਸਨ ਮਰਦਾਨੇ ਨੂੰ, ਭਾਈ ਜਿੱਧਰ ਕਰਤਾਰ ਲੈ ਜਾਏਗਾ। ਹੁਣ ਵੇਖੋ, ਆਪ ਕਰਤਾਰ ਰੂਪ ਨੇ, ਆਪ ਰੱਬ ਦਾ ਰੂਪ ਨੇ, ਪਰ ਆਖਦੇ ਨੇ ਭਾਈ ਮਰਦਾਨਿਆਂ ਜਾਵਾਂਗੇ ਉਧਰ ਜਿੱਧਰ ਕਰਤਾਰ ਲੈ ਜਾਏਗਾ। ਵੇਖੋ ਕਿੰਨਾ ਭਰੋਸਾ ਕਰਤਾਰ ਦੇ ਉੱਤੇ ਹੈ, ਕਿੰਨਾ ਭਰੋਸਾ ਵਾਹਿਗੁਰੂ ਪਰਮਾਤਮਾ ਦੇ ਉੱਤੇ ਹੈ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਜਿਵੇਂ ਉਹ ਵਾਹਿਗੁਰੂ ਪਰਮਾਤਮਾ ਚਲਾਉਂਦਾ ਹੈ ਤਿਵੇਂ ਅਸੀਂ ਚੱਲਦੇ ਹਾਂ, ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਅਸੀਂ ਜੀਵਨ ਦੇ ਅੰਦਰ ਵਰਤਦੇ ਹਾਂ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੈ ਵਜਾਇਆ। ਆਪ ਹੀ ਵਾਜਾ ਹੈ ਤੇ ਆਪ ਹੀ ਵਾਜੇ ਨੂੰ ਵਜਾਉਣ ਵਾਲਾ ਹੈ। ਵਜੰਤਰੀ ਵੀ ਆਪ ਹੈ, ਵਾਜਾ ਵੀ ਆਪ ਹੈ, ਤੇ ਜਿਵੇਂ ਉਹ ਜੀਵ ਰੂਪੀ ਵਾਜਿਆਂ ਨੂੰ ਵਜਾਉਂਦਾ ਹੈ ਤਿਵੇਂ ਇਹ ਵਾਜੇ ਵੱਜਦੇ ਹਨ। ਕਿਉਂਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ। ਆਓ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਸਿੱਧ ਗੋਸ਼ਟ, ਜਿਸ ਦੀਆਂ 13 ਪੌੜੀਆਂ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ, 14ਵੀਂ ਪੌੜੀ ਦੀ ਵਿਚਾਰ ਆਪਾਂ ਗੁਰੂ ਕਿਰਪਾ ਨਾਲ ਰਹਿੰਦੇ ਸਮੇਂ ਦੇ ਵਿੱਚ ਸਾਂਝੀ ਕਰੀਏ। ਕਿਉਂ ਕਰ ਬਾਦਾ ਸਰਪਨ ਖਾਦਾ। ਸਿੱਧਾਂ ਦਾ ਸਵਾਲ ਹੈ, ਜੋਗੀਆਂ ਦਾ ਸਵਾਲ ਹੈ ਕਿ ਇਹ ਜੀਵ ਮਾਇਆ ਦੇ ਮੋਹ ਵਿੱਚ ਕਿਉਂ ਬੱਧਾ ਹੋਇਆ ਹੈ, ਕਿਉਂ ਨਹੀਂ ਛੁੱਟਦਾ। ਹੁਣ ਸਾਧ ਸੰਗਤ, ਕਬੀਰ ਸਾਹਿਬ ਵਰਗਾ ਕੋਈ ਵਿਰਲਾ ਇਹ ਹੈ ਜਿਹੜਾ ਆਖੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੋਟ ਕੈ ਦਿਆਰੀ। ਕਉ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਪਰ ਅਸੀਂ ਨੱਕ ਰੱਖਣ ਵਾਸਤੇ ਕਰਦੇ ਹਾਂ, ਭਾਵੇਂ ਜ਼ਮੀਨ ਗਹਿਣੇ ਪੈ ਜਾਵੇ, ਭਾਵੇਂ ਘਰ ਗਹਿਣੇ ਪੈ ਜਾਵੇ, ਤੇ ਫਿਰ ਜੋ ਕੁਝ ਨੱਕ ਰੱਖਣ ਨੂੰ ਕਰਦੇ ਆ ਉਹ ਕੁਝ ਸੁਣਨ ਵਾਸਤੇ ਕੰਨਾਂ ਦੇ ਨਾਲ ਤਿਆਰ ਰਹਿੰਦੇ ਆ ਵੀ ਲੋਕ ਕਿਵੇਂ ਕਹਿੰਦੇ ਨੇ,
ਬੇ ਨੇ ਵੱਟ ਕੱਢ ਦਿੱਤੇ, ਕੁੜੀ ਦਾ ਵਿਆਹ ਕੀਤਾ, ਮੁੰਡੇ ਦਾ ਵਿਆਹ ਕੀਤਾ, ਜਨਮ ਦਿਨ ਮਨਾਇਆ। ਆ ਮੈਂ ਕੱਲ੍ਹ ਹੀ ਕਿਸੇ ਨਾਲ ਬੇਨਤੀ ਕਰ ਰਿਹਾ ਸੀ, ਵੇਖੋ ਆ 14-15 ਸਾਲ ਤੋਂ ਪਹਿਲਾਂ ਨਾ ਲੋਹੜੀਆਂ ਹੋਟਲਾਂ ਵਿੱਚ ਹੁੰਦੀਆਂ ਸੀ, ਨਾ ਜਨਮ ਦਿਨ ਮਨਾਏ ਜਾਂਦੇ ਸਨ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਘਰ ਵਿੱਚ ਜਾਣਾ, ਪ੍ਰਸ਼ਾਦ ਕਰਾਉਣਾ, ਅਰਦਾਸ ਕਰਾਣੀ ਤੇ ਅਗਲੇ ਜੀਵਨ ਵਾਸਤੇ ਸੁੱਖ ਮੰਗਣਾ। ਪਰ ਅੱਜ ਅਸੀਂ ਕਿਵੇਂ ਬੱਝੇ ਪਏ ਹਾਂ। ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਵਾਣੀ। ਆਸ ਪਾਸ ਪੰਚ ਜੋਗੀਆ ਬੈਠੇ, बीच नकड़ दे रानी। नकटी को ठनगन बाडा डो, किने बवेकी काटी तू। कोई बवेकवान है जेड़ा इस दे बंधना तो बचिया होया है, नहीं तां इन्हें मोह दे बंधन पाए होए ने। सिद्ध सवाल करदे ने, ये जीव माया दे मोह विच किवें बद्धा होया है ते किवें सरपनी माया, क्योंकि माया नूं सरपनी भी कहा, नागनी भी कहा है। आप जी बहुत वारी ये बचन पढ़ते हो न, सरपनी ते ऊपर नहीं को बलिया, जिन ब्रह्मा विष्ण महादेव शलिया। माया होई नागनी जगत रही लपटाए, इसकी सेवा जो करे तिस ही को फिर खाए। गुरमुख कोई गारडो तिन मल दा लाई पाए, नानक से उबरे जे सच रहे लिव लाए। जोगियां दा सवाल है, ये जीव माया दे मोह विच किवें बद्धे होए ने, ते माया रूपी नागनी, माया रूपी सरपनी इन्हां नूं किवें खाधी जा रही है। क्यों कर खोया क्यों कर लादा, इन्हें अपनी जीवनी जीवन दे अंदर घाटा क्यों खादा है ते लाभ किवें प्राप्त कर सकता है। क्यों कर खोया क्यों कर लादा। खोया तो भाव गवाच जाना या घाटा पै जाना। इस ते जीवन विच घाटा किवें पिया है ते इहनूं लाभ किवें प्राप्त होवे। क्यों कर निर्मल क्यों कर अंधियारा, किवें इस नूं निर्मल होया जा सकदा है, पवित्र जीवन वाला ये हो सकदा है। जीव किवें पवित्र जीवन वाला हो सकदा है ते किवें आ जिहड़ा अंधियारा है, जिहड़ा अज्ञानता दा अंधेरा मिट सकता है या खत्म हो सकता है। एहो तत विचार सो गुरु हमारा, ये असलियत जिहड़ा दसेगा वो साडा गुरु है। भाव ਉਹਨੂੰ ਅਸੀਂ ਗੁਰੂ ਮੰਨਾਂਗੇ, ਉਹਨੂੰ ਅਸੀਂ ਸਤਿਕਾਰ ਦੇਵਾਂਗੇ, ਉਸ ਅੱਗੇ ਮੱਥਾ ਟੇਕਾਂਗੇ। ਕਹਿੰਦੇ ਨੇ ਜਿਹੜਾ ਇਹ ਤੱਤ, ਇਹ ਅਸਲੀਅਤ, ਇਹ ਸਚਾਈ ਸਾਨੂੰ ਦੱਸੇਗਾ, ਉਹ ਸਾਡਾ ਗੁਰੂ ਹੈ। ਦੁਰਮਤ ਬਾਦਾ ਸਰਪਨ ਖਾਦਾ। ਮਹਾਰਾਜ ਕਹਿਣ ਲੱਗੇ ਸਿੱਧੋ ਸੁਣੋ, ਭੈੜੀ ਮੱਤ ਨੂੰ ਧਾਰਨ ਕਰਕੇ ਇਹ ਮਾਇਆ ਦੇ ਮੋਹ ਵਿੱਚ ਵੱਜ ਗਿਆ ਤੇ ਸਰਪਣੀ ਮਾਇਆ ਨੂੰ ਖਾਣ ਦਾ ਮੌਕਾ ਮਿਲ ਗਿਆ। ਮਹਾਰਾਜ ਆਖਦੇ ਨੇ ਨਾ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਭੈੜੀ ਮੱਤ ਨੂੰ ਇਹਨੇ ਧਾਰਨ ਕਰ ਲਿਆ ਤੇ ਭੈੜੀ ਮੱਤ ਨੂੰ ਧਾਰਨ ਕੀਤਾ, ਇਸ ਕਰਕੇ ਸਰਪਨ ਮਾਇਆ ਨੇ ਇਹਨੂੰ ਖਾ ਲਿਆ, ਨਾਗਰੀ ਨੇ ਖਾ ਲਿਆ, ਇਹਨੂੰ ਡਸ ਲਿਆ, ਇਹਨੂੰ ਖਾਣ ਦੇ ਵਿੱਚ ਉਹ ਕਾਮਯਾਬ ਹੋ ਗਈ। ਮਨ ਮੁਖ ਖੋਇਆ ਗੁਰਮੁਖ ਲਾਦਾ, ਜਿਹੜਾ ਮਨਮੁਖ ਹੈ ਆਪਣੇ ਮਨ ਦੇ ਪਿੱਛੇ ਚੱਲਣ ਵਾਲਾ, ਉਹ ਜ਼ਿੰਦਗੀ ਦੇ ਅੰਦਰ ਘਾਟਾ ਖਾਂਦਾ ਹੀ ਖਾਂਦਾ ਹੈ, ਤੇ ਜਿਹੜਾ ਗੁਰਮੁਖ ਹੈ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਨਾ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਮੂਲ ਵੀ ਗਵਾ ਜਾਂਦੇ ਨੇ, ਗੁਰਮੁਖ ਲਾਹਾ ਖੜ ਕੇ ਜਾਂਦੇ ਨੇ। ਸਤਿਗੁਰੂ ਮਹਾਰਾਜ ਆਖਦੇ ਨੇ, ਮਨਮੁਖ ਨੇ ਸਭ ਕੁਝ ਗਵਾ ਲਿਆ ਤੇ ਗੁਰਮੁਖ ਨੇ ਸਭ ਕੁਝ ਲੱਭ ਲਿਆ, ਪ੍ਰਾਪਤ ਕਰ ਲਿਆ, ਲਾਹਾ ਖੱਟ ਲਿਆ। ਸਤਿਗੁਰ ਮਿਲੈ ਅੰਧੇਰਾ ਜਾਏ, ਸਤਿਗੁਰ ਨਾਨਕ ਪ੍ਰਗਟਿਆ ਮਿਤੀ ਧੁੰਦ, ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਵਾ। ਸਤਿਗੁਰੂ ਜੀਵਨ ਦੇ ਵਿੱਚ ਮਿਲ ਜਾਵੇ,
ਆਪਾਂ ਰੋਜ਼ ਬਾਬਾ ਨਾਨਕ ਦੇ ਬਚਨ ਪੜ੍ਹਦੇ ਨੇ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਦੇ ਰੂਪ ਵਿੱਚ ਕਿੰਨੀ ਵਾਰੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਗਏ, ਪਰ ਅਗਿਆਨਤਾ ਦਾ ਅੰਧੇਰਾ ਨਹੀਂ ਮਿਟਿਆ। ਜਦੋਂ ਪੂਰਾ ਗੁਰੂ ਮਿਲ ਗਿਆ ਤੇ ਆ ਕੇ ਕਹਿ ਦਿੱਤਾ ਗੁਰੂ ਦੀ ਸ਼ਰਨ ਵਿੱਚ ਜੁੜ ਕੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਮਿਲ ਜਾਵੇ ਜੀਵਨ ਦੇ ਅੰਦਰ, ਅਗਿਆਨਤਾ ਦਾ ਅੰਧੇਰਾ ਜਿਹੜਾ ਹੈ ਨਾ ਦੂਰ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਰਦਾਸ ਕੀਤੀ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਗੁਰੂ ਮਿਲ ਜਾਏ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਨਾਨਕ ਹਉ ਮੈਂ ਮੇਟ ਸਮਾਏ। ਤੇ ਗੁਰੂ ਪੂਰਾ ਕੀ ਕਰਦਾ ਹੈ? ਸਾਧ ਸੰਗਤ ਹਉਮੈ ਦਾ ਰੋਗ ਜਿਹੜਾ ਹੈ ਨਾ, ਇਹਨੂੰ ਅੰਦਰੋਂ ਦੂਰ ਕਰ ਦਿੰਦਾ ਹੈ। ਤੇ ਜਿਸ ਦੇ ਅੰਦਰੋਂ ਮੈਂ ਮਿਟ ਜਾਵੇ, ਤੂੰ ਆ ਜਾਵੇ, ਤੇ ਫਿਰ ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਸਮਾ ਜਾਂਦਾ ਹੈ। ਕਬੀਰ ਤੂੰ ਕਰਤਾ ਤੂੰ ਹੁਆ, मुझ में रही ना हूं, जब आपा पर का मिट गया, जब देखो तत तू। क्योंकि मेरी जदों तक करेगा हौमे नहीं जाएगी, जदों तू करेगा वाहिगुरु परमात्मा की कृपा का पात्र बनेगा, फिर होवेगा गुर कृपा जह नर को कीनी, तेह ए जुगत पछानी, नानक लीन पयो गोबिंद स्यो, जो पानी संग पानी। पहला भी बेनती की है, फिर दोबारा बेनती भाई। अज ठीक 12 बजे श्री अकाल तख्त साहिब तो नगर कीर्तन आरंभ होना है। तो आप संगतां नूं बेनती है कि आप जी ने आप भी ते होरनां नूं भी प्रेरणा करके, जिहड़े सज्जन घरां विच बैठे होए ये प्रेरणा बेनती सुन रहे ने, जरूर आओ भाई। बाबा नानक जी का नगर कीर्तन आपां उन्हां दे आगमन पुरब दे संबंध विच कढ रहे हाँ, सारे शामिल होइए। ते कल नूं सतगुरु महाराज का आगमन पुरब है, जिथे इत्थे भी दीवान अमृत वेले सजने ने, बाद विच सचखंड श्री हरमंदर साहिब जी दे अंदर भी जलौस सजणगे। आप संगतां ने सत संगत सारे समागमां विच शामिल होके गुरु की कृपा के पात्र बनना जी। आओ अखीरलियां पंक्तियां का पाठ सरवण करो, नाल ही समाप्ति है। भुलां चुकां दी खिमा जी। दुरमत बादा सरपन खादा, मन मुख खोया गुरमुख लादा। सतगुर मिलै अंधेरा जाए, नानक हौमै मेट समाए। वाहिगुरु जी का खालसा, वाहिगुरु जी की